ਸ਼ਲੋਕ ਮਹੱਲਾ ਦੂਜਾ। ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਦੀਜੈ ਡਾਰ। ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਦੂਸਰਾ ਸ਼ਲੋਕ ਆਇਆ ਹੁਣ ਤੱਕ। ਸਤਿਗੁਰੂ ਜੀ ਫਰਮਾਉਂਦੇ ਜਿਹੜਾ ਸਿਰ ਆਪਣੇ ਮਾਲਕ ਪਰਮਾਤਮਾ ਦੇ ਅੱਗੇ ਝੁਕਦਾ ਹੀ ਨਹੀਂ, ਉਹ ਸਿਰ ਨੂੰ ਕਹਿੰਦਾ ਵੱਢ ਕੇ ਡਾਰ ਹੁੰਦਾ, ਸੁੱਟ ਦੇਣਾ ਕਰੋ। ਉੱਠ ਫਰੀਦਾ ਉਜੂ ਸਾਜ ਸੁਬਹ ਨਿਵਾਜ ਗੁਜ਼ਾਰ। ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ, ਕੱਟ ਕੇ ਉਤਾਰ ਦਿਓ। ਫਿਰ ਕਹਿੰਦੇ ਨੇ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੀਜੈ ਕਾਏ, ਕੁੰਨੇ ਹੇਠ ਜਲਾਈਐ ਬਾਲਣ ਸੰਦੈ ਥਾਏ। ਕਹਿੰਦੇ ਨੇ ਉਹ ਕੁੰਨਾ ਹੁੰਦਾ, ਤੌੜੀ ਹੁੰਦੀ ਕਾਲੀ ਜੀ ਚ ਦਾਲ ਦੀ ਜਿਹਨੀ ਰੱਖ ਦਿੰਦੇ ਸੀ, ਉਹਦੇ ਥੱਲੇ ਲੱਕੜਾਂ ਬਾਲਦੇ ਹੀ ਰਹਿੰਦੇ, ਦਾਲ ਬਣਦੀ ਰਹਿੰਦੀ ਸਾਰਾ ਦਿਨ। ਇਸ ਕਰਕੇ ਕਹਿੰਦੇ ਨੇ ਕੁੰਨੇ ਹੇਠ, ਉਹ ਸਿਰ ਨੂੰ ਵੀ ਉੱਥੇ ਜਲਾ ਦੇ ਤੌੜੀ ਦੇ ਥੱਲੇ। ਭਾਵ ਇਤਨਾ ਜ਼ਿਆਦੇ ਨਾਮ ਨਾ ਜਪਣ ਕਰਕੇ ਧਰਕਾਰ ਪੈਂਦੀ ਇਨਸਾਨ ਨੂੰ। ਨਾਨਕ ਜਿਸ ਪਿੰਜਰ ਮਹਿ ਬਿਰਹਾ ਨਹੀਂ, ਸੋ ਪਿੰਜਰ ਲੈ ਜਾਰ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੈਰਾਗ ਦੀ ਮੂਰਤੀ ਕਥਨ ਕਰਦੇ ਨੇ, ਜਿਸ ਪਿੰਜਰ ਸਰੀਰ ਵਿੱਚ ਪਰਮਾਤਮਾ ਦਾ ਪ੍ਰੇਮ ਨਹੀਂ ਆ ਨਾ, ਉਹਨੂੰ ਕੀ ਕਰੋ, ਕਹਿੰਦੇ ਅੱਗ ਲੈ ਕੇ ਉਸ ਪਿੰਜਰ ਸਰੀਰ ਨੂੰ ਕਹਿੰਦੇ ਸਾੜ ਦਿਓ, ਲੋੜ ਨਹੀਂ ਉਹਦੀ। ਮਹੱਲਾ ਪੰਜਵਾ। ਹੁਣ ਪੰਜਵੇਂ ਪਾਤਸ਼ਾਹ ਨਾਲ ਰਲਦਾ ਮਿਲਦਾ ਇਹ ਸ਼ਲੋਕ ਉਚਾਰਨ ਕਰਦੇ ਨੇ, ਕਿਉਂਕਿ ਸ਼ਲੋਕਾਂ ਦੀ ਤਰਤੀਬ ਪੰਜਵੇਂ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਤੋਂ ਲਗਵਾਈ। ਨਾਲ ਜਿਹੜੇ ਸ਼ਲੋਕ ਨਾਲ ਰਲਵੇਂ ਮਿਲਵੇਂ ਸੀ ਉਹੀ ਉਚਾਰਨ ਕੀਤੇ। ਪੌੜੀਆਂ ਹਮੇਸ਼ਾ ਚੌਥੇ ਪਾਤਸ਼ਾਹ ਦੀਆਂ ਆਉਣਗੀਆਂ ਤੇ ਸ਼ਲੋਕ ਮਹੱਲੇ ਅਲੱਗ-ਅਲੱਗ ਆਉਣਗੇ। ਮਹੱਲਾ ਪੰਜਵਾ। ਮੁੰਢੋਂ ਭੁੱਲੀ ਨਾਨਕਾ ਫਿਰ ਜਨਮ ਮੁਈ ਆਸ। ਜਿਹੜੀ ਜੀਵ ਰੂਪ ਇਸਤਰੀ ਮੁੰਢੋਂ ਹੁੰਦਾ, ਆਦ ਤੋਂ ਹੀ, ਬਾਲਕ ਅਵਸਥਾ ਤੋਂ ਹੀ, ਬਚਪਨ ਤੋਂ ਹੀ ਮੁੱਢ ਰੂਪ ਪਰਮਾਤਮਾ ਤੋਂ ਭੁੱਲ ਗਈ ਆ, ਉਹ ਫਿਰ ਮੁੜ ਕੇ ਜੰਮਦੀ ਰਹਿੰਦੀ ਹੈ, ਮੁੜ ਕੇ ਮਰਦੀ ਹੈ। ਕਸਤੂਰੀ ਕੈ ਭੁੱਲੜੈ ਗੰਦੇ ਡੁੰਮ ਪਈ ਆਸ। ਜਿਵੇਂ ਹਰਨ ਜਿਹੜਾ ਕਸਤੂਰੀ ਦੇ ਭੁੱਲੜੈ, ਭੁਲੇਖੇ 'ਚ ਗੰਦੇ ਡੁੰਮ, ਗੰਦੇ ਚੜੇ ਵਿੱਚ, ਛੱਪੜਾਂ ਵਿੱਚ ਜਾ ਕੇ ਪੈਂਦਾ। ਭਾਵੇਂ ਕਸਤੂਰੀ ਦਾ ਨਾਪਾ ਹਰਨ ਦੀ ਆਪਣੀ ਧੁੰਨੀ ਵਿੱਚ ਹੀ ਹੁੰਦਾ, ਪਰ ਉਹ ਭਰਮ ਕਰਕੇ ਬਾਹਰ ਛੱਪੜਾਂ ਵਿੱਚ ਟੋਲਦਾ ਫਿਰਦਾ, ਜੰਗਲਾਂ ਵਿੱਚ ਟੋਲਦਾ ਫਿਰਦਾ, ਕਦੇ ਝਾੜੀਆਂ ਵਿੱਚ ਜਾ ਕੇ ਟੋਲਦਾ ਫਿਰਦਾ। ਹੁਣ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜੀਵ ਨੂੰ ਆਪਣੀ ਚਿੱਤ ਬਿਰਤੀ ਦੀ ਇਕਾਗਰਤਾ ਵਿੱਚ ਸੁੱਖ ਹੈ। ਚਿੱਤ ਦੀ ਇਕਾਗਰਤਾ ਹੋਈ ਤਾਂ ਸੁੱਖ ਹੋ ਗਿਆ, ਪਰ ਇਹ ਭਰਮ ਕਰਕੇ ਪਦਾਰਥਾਂ ਵਿੱਚ, ਪੁੱਤਰ ਆਦਿਕਾਂ ਵਿੱਚ ਸੁੱਖ ਮੰਨੀ ਬੈਠਾ। ਸੁੱਖ ਕਿਵੇਂ ਆ? ਕਹਿੰਦੇ ਜਦੋਂ ਆਪਾਂ ਕੋਈ ਚੀਜ਼ ਲੈਣ ਜਾਂਦੇ ਹਾਂ ਬਾਜ਼ਾਰ ਤੋਂ, ਸਾਰਾ ਪਰਿਵਾਰ ਕਹਿੰਦਾ ਹਾਂ ਉਹ ਫਰਿੱਜ ਬੜੀ ਵਧੀਆ, ਉਹ ਸਾਰੇ ਲੈ ਕੇ ਆਉਣ, ਸਾਰੇ ਗਏ। ਫਰਿੱਜ ਵਿੱਚ ਸੁੱਖ ਨਹੀਂ, ਫਰਿੱਜ ਵਿੱਚ ਮਨ ਇਕਾਗਰ ਹੋ ਗਿਆ ਸਾਰਿਆਂ ਦਾ। ਉਹ ਸਾਰੇ ਪਾਸਿਓਂ ਧਿਆਨ ਟੁੱਟ ਕੇ ਫਰਿੱਜ 'ਚ ਲੱਗ ਗਿਆ। ਮੰਨ ਲਓ ਆਪਾਂ ਇੱਕ ਉਦਾਹਰਣ ਦਿੱਤੀ, ਘਰੇਲੂ ਕੋਈ ਵੀ ਚੀਜ਼ ਲਿਆਉਣੇ, ਕਾਰ ਲਿਆਉਣੇ, ਟੀਵੀ ਲਿਆਉਣੇ, ਕੋਈ ਵੀ ਚੀਜ਼ ਲਿਆਉਣੇ, ਸਾਰੇ ਪਾਸਿਓਂ ਧਿਆਨ ਹਟ ਕੇ ਨਵੀਂ ਆਈ ਚੀਜ਼ ਵਿੱਚ ਜਦ ਚਿੱਤ ਇਕਾਗਰ ਹੋਇਆ, ਉਹ ਐਂ ਪ੍ਰਤੀਤ ਹੁੰਦਾ ਕਿ ਇਹ 'ਚ ਸੁੱਖ ਹੈ। ਸਾਰਾ ਟੱਬਰ 5-7 ਦਿਨ ਤਾਂ ਉਹਦੇ ਦੁਆਲੇ ਬੜਾ ਬੈਠਾ। ਹੌਲੀ ਫਿਰ ਦੂਜੇ ਆਸੇ-ਪਾਸੇ ਵਾਲੇ ਦਰਦ ਮਹਿਸੂਸ ਹੋਣੇ ਸ਼ੁਰੂ ਹੋ ਗਏ। ਫਿਰ ਇਨਸਾਨ ਬੈਠਾ ਕਹਿੰਦਾ ਚਲੋ ਅੱਜ ਆਹ ਚੀਜ਼ ਖਰੀਦ ਕੇ ਲਿਆਉਣੇ ਆ, ਚਲੋ ਵੀ ਆਹ ਲਿਆਉਣੇ ਆ। ਫਿਰ ਉਹ 'ਚ ਸੁੱਖ ਦੇਖਦਾ। ਕਦੇ ਵਿਸ਼ਿਆਂ ਵਿੱਚ ਮਨ ਇਕਾਗਰ ਹੋ ਗਿਆ, ਉੱਥੇ ਸੁੱਖ ਦੇਖਦਾ। ਰੋਟੀ ਖਾਣ ਵੇਲੇ ਰੋਟੀ 'ਚ ਮਨ ਇਕਾਗਰ ਹੋ ਗਿਆ, ਸੁੱਖ ਤਾਂ ਇਕਾਗਰਤਾ ਵਿੱਚ ਸੀ, ਪਰ ਇਹ ਰੋਟੀ 'ਚ ਸੁੱਖ ਮੰਨ ਬੈਠਾ। ਕੋਈ ਸਵਾਦਲੀ ਚੀਜ਼ ਜਦੋਂ ਖਾਂਦੇ ਆ, ਇੱਕਦਮ ਮੂੰਹ 'ਚ ਪਾਇਆ, ਵਾਹ ਬਹੁਤ ਸਵਾਦ ਹੈ, ਉਹ ਚਾਰੇ ਪਾਸਿਓਂ ਧਿਆਨ ਟੁੱਟ ਕੇ ਜਦੋਂ ਇਕਾਗਰਤਾ ਹੋਈ ਸਵਾਦ ਵਿੱਚ, ਤਾਂ ਉੱਥੇ ਪ੍ਰਤੀਤ ਹੋਇਆ ਸੁੱਖ। ਹੋਰ ਪਾ ਬਈ, ਹੋਰ ਪਾ ਬਈ, ਹੋਰ ਖਾਈਏ, ਹੋਰ, ਹੁਣ ਬਸ, ਹੁਣ ਨਹੀਂ ਲੋੜ। ਇੱਥੇ ਤੱਕ ਹੀ ਸੁੱਖ ਸੀ। ਉਹ ਜਦੋਂ ਰੱਜ ਗਿਆ, ਚੀਜ਼ ਦਾ ਸਵਾਦ ਆਉਣੋਂ ਹਟ ਗਿਆ, ਉਧਰੋਂ ਮਨ ਹਟ ਗਿਆ, ਫਿਰ ਖਾ ਕੇ ਪਰੇਸ਼ਾਨ ਹੋ ਗਿਆ। ਫਿਰ ਹੋਰ ਵੀ ਆਹ ਕੱਪੜਾ ਬਹੁਤ ਵਧੀਆ, ਪਾ ਕੇ ਬੜਾ ਆਨੰਦ ਆਇਆ, 5-4 ਦਿਨ ਕੱਪੜੇ 'ਚ ਮਨ ਟਿਕਿਆ ਰਿਹਾ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਸਾਰੀ ਜ਼ਿੰਦਗੀ ਅਸੀਂ ਨਕਲੀ ਇਕਾਗਰਤਾ ਲੱਭਦੇ ਰਹਿੰਦੇ ਹਾਂ ਹਰੇਕ ਚੀਜ਼ ਵਿੱਚ। ਹਰੇਕ ਚੀਜ਼ 'ਚ ਸਾਡਾ ਮਨ ਮਾੜਾ ਜਿਹਾ ਜੁੜਦਾ, ਫਿਰ ਟਿਕਾਓ ਜਿਹਾ ਬਣ ਜਾਂਦਾ।
ਫਿਰ ਹੋਰ ਚੀਜ਼ ਵਿੱਚ ਮਨ ਜੁੜਦਾ, ਫਿਰ ਹੋਰ ਟਿਕਾਊ ਜਿਹਾ ਬਣ ਜਾਂਦਾ। ਇਸੇ ਤਰ੍ਹਾਂ ਜਿਹੜਾ ਕਸਤੂਰੀ ਵਾਲਾ ਮਿਰਗ ਹੁੰਦਾ, ਉਹਦੇ ਧੁੰਨੀ ਦੇ ਵਿੱਚ ਨਾਪਾ ਇੱਕ ਪੋਟਲੀ ਜੀ ਹੁੰਦੀ ਮਾਸ ਦੀ ਅੰਦਰ ਪੇਟ ਵਿੱਚ, ਉਹਨੂੰ ਖੁਸ਼ਬੂ ਤਾਂ ਆਉਂਦੀ ਉੱਥੋਂ। ਕਦੋਂ? ਜਦੋਂ ਉਹ ਆਪਣੀ ਧੁੰਨੀ ਦੇ ਉੱਤੇ ਕਦੇ ਨੱਕ ਨਾਲ ਖੁਰਕ ਕਰਦਾ, ਉਹ ਉਸ ਖੁਸ਼ਬੂ ਦੇ ਨਾਲ ਦੀਵਾਨਾ ਹੋ ਜਾਂਦਾ। ਇਹ ਖੁਸ਼ਬੂ ਕਦੇ ਉਹ ਝਾੜੀਆਂ ਸੁੰਘਦਾ, ਕਦੇ ਦਰਖਤ ਨੂੰ ਸੁੰਘਦਾ, ਕਦੇ ਕਦੇ ਜਾ ਕੇ ਉਹ ਗੰਦੇ ਚੜੇ 'ਚ ਵੜ ਜਾਂਦਾ, ਕਦੇ ਪਾਣੀ 'ਚ ਵੜ ਜਾਂਦਾ ਕਿ ਖੁਸ਼ਬੂ ਆ ਕਿੱਥੋਂ ਰਹੀ ਆ। ਖੁਸ਼ਬੂ ਉਹਦੇ ਅੰਦਰ ਹੀ ਹੁੰਦੀ। ਸਤਿਗੁਰੂ ਕਹਿੰਦੇ ਅਸਲ ਵਿੱਚ ਜੀਵਾਂ ਨੂੰ ਵੀ ਇਹੀ ਵਹਿਮ ਭਰਮ ਲੱਗਿਆ ਹੋਇਆ ਕਿ ਪਦਾਰਥਾਂ ਵਿੱਚ ਖੁਸ਼ਬੂ ਹੈ। ਪੁੱਤਰ ਜਦੋਂ ਪੈਦਾ ਹੁੰਦਾ ਉਦੋਂ ਕਿੰਨਾ ਟੱਬਰ ਖੁਸ਼ ਹੁੰਦਾ, ਲੱਡੂ ਵੰਡੇ ਜਾਂਦੇ ਨੇ। ਪੁੱਤਰ ਦੇ ਪੈਦਾ ਹੋਣ ਕਰਕੇ ਬਿਰਤੀ ਸਾਰੀ ਪੁੱਤਰ 'ਚ ਇਕਾਗਰ ਹੋ ਗਈ ਤੇ ਆਪਾਂ ਨੂੰ ਪ੍ਰਤੀਤ ਹੁੰਦਾ ਬੜਾ ਸੁੱਖ ਪੁੱਤ ਹੋਇਆ। ਪਰ ਫਿਰ ਜਦੋਂ ਵੱਡਾ ਹੋ ਜਾਂਦਾ ਤਾਂ ਫਿਰ ਉਸੇ ਨੂੰ ਕਹਿੰਦੇ ਜੰਮਦਾ ਹੀ ਮਰ ਜਾਂਦਾ। ਇਹੋ ਜਿਹਾ ਤਾਂ ਪੈਦਾ ਹੀ ਨਾ ਹੁੰਦਾ ਸਾਡੇ ਘਰੇ, ਇੰਨਾ ਦੁਖੀ ਕੀਤਾ ਇਹਨੇ ਸਾਨੂੰ। ਫਿਰ ਉਸੇ ਨੂੰ ਮਾਰਨ ਤੁਰ ਪੈਂਦੇ ਨੇ। ਸਤਿਗੁਰੂ ਕਹਿੰਦੇ ਇਸ ਚੱਕਰ ਨੂੰ ਸਮਝੋ ਬਸ। ਜਿੱਥੇ ਤੁਸੀਂ ਸੁੱਖ ਮੰਨੀ ਬੈਠੇ ਹੋ, ਵਾਸਤਵ ਦੇ ਵਿੱਚ ਉਹ ਇਕਾਗਰਤਾ ਦਾ ਸੁੱਖ ਸੀ। ਤੁਸੀਂ ਇਹੀ ਆਤਮਿਕ ਆਨੰਦ ਵਿੱਚ ਇਕਾਗਰਤਾ ਕਰ ਲਓ, ਸ਼ਬਦ ਦੀ ਵਿਚਾਰ ਵਿੱਚ। ਇਹ ਸੁੱਖ ਫਿਰ ਬਹੁਤ ਵੱਡਾ ਸੁੱਖ। ਕਹਿੰਦੇ ਨੇ ਆਤਮ ਸੁਖ ਰੂਪੀ ਕਸਤੂਰੀ ਦੇ ਭੁਲੇਖੇ ਜੀਵ ਰੂਪ ਹਰਨ ਇਸਤਰੀ ਰੂਪ ਗੰਦੇ ਡੁੰਮ ਵਿੱਚ ਵੜ ਗਿਆ, ਉੱਥੇ ਚਲਿਆ ਗਿਆ। ਭਾਵ ਵਿਸ਼ਿਆਂ ਵਿੱਚ ਸੁਖ ਮੰਨੀ ਬੈਠਾ। ਗ੍ਰਸਥ ਦੇ ਮਾਰਗ ਵਿੱਚ ਐਸਾ ਫਸਿਆ, ਬੱਚਿਆਂ ਵਿੱਚ ਸੁਖ ਮੰਨੀ ਬੈਠਾ, ਬੱਚਿਆਂ ਦੀਆਂ ਲਾਲਾਂ ਤੱਕ ਚੜਦਾ। ਫਿਰ ਕੋਈ ਸ਼ਰਾਬ ਦੇ ਵਿੱਚ ਸੁਖ ਮੰਨੀ ਬੈਠਾ, ਕੋਈ ਹੋਰ ਪਦਾਰਥਾਂ ਵਿੱਚ, ਕੋਈ ਹੱਡੀਆਂ ਖਾਣ ਵਿੱਚ ਸੁਖ ਮੰਨੀ ਬੈਠਾ, ਕੋਈ ਕਿਤੇ ਸੁਖ ਮੰਨੀ ਬੈਠਾ, ਕੋਈ ਪਰ ਸੁਖ ਕਿਤੇ ਵੀ ਨਹੀਂ। ਸੁੱਖ ਤਾਂ ਸਿਰਫ ਮਨ ਦੀ, ਕਿਸੇ ਵੀ ਚੀਜ਼ ਵਿੱਚ ਮਨ ਦਾ ਇਕਾਗਰ ਹੋਣਾ ਹੀ ਸੁੱਖ ਸੀ। ਸਤਿਗੁਰੂ ਕਹਿੰਦੇ ਇਸ ਕਰਕੇ ਜੇ ਤੁਸੀਂ ਸ਼ਬਦ ਵਿੱਚ ਮਨ ਇਕਾਗਰ ਕਰ ਲਓ, ਉਹ ਸੰਸਾਰਕ ਸੁੱਖ ਤਾਂ 5, 4, 10, 20 ਦਿੰਦੇ ਨੇ। ਮਹਾਰਾਜ ਜੀ ਕਹਿੰਦੇ ਨੇ ਜੇ ਸੰਸਾਰ ਦੇ ਸੁੱਖ ਨੇ ਬਿਨ ਸਜਾਏ ਜੋ ਨਿਮਖ ਮਹਿ ਸੋ ਅਲਪ ਸੁੱਖ ਭੰਨੀਆਂ। ਜਿਹੜੇ ਨਿਮਖ ਮਾਤਰ ਦੇ ਸੁੱਖ ਨੇ ਇਹਨਾਂ ਵਿੱਚ ਨਾ ਲੱਗੋ। ਬਾਰ-ਬਾਰ ਸਤਿਗੁਰੂ ਇੱਥੋਂ ਸਾਵਧਾਨ ਕਰਦੇ ਨੇ। ਇਹ ਅੱਜ 5 ਦਿਨ ਦਾ ਇੱਕ ਸੁੱਖ ਮਿਲਿਆ, 10 ਦਿਨ ਦਾ ਇੱਕ ਸੁੱਖ ਮਿਲਿਆ, ਮਹੀਨੇ ਦਾ ਇੱਕ ਸੁੱਖ ਮਿਲਿਆ, 2 ਦਿਨ ਦਾ ਇੱਕ ਸੁੱਖ ਮਿਲਿਆ, ਚੱਲ 70-80 ਸਾਲ ਲੰਘ ਗਏ, ਪੱਕਾ ਸੁੱਖ ਤਾਂ ਮਿਲਿਆ ਹੀ ਨਾ। ਮਹਾਰਾਜ ਕਹਿੰਦੇ ਨੇ ਤੇ ਪੱਕਾ ਸੁੱਖ ਲੈਣ ਲਈ ਤੁਹਾਨੂੰ ਸ਼ਬਦ ਦੀ ਵਿਚਾਰ ਕਰਨੀ ਪੈਣੀ, ਨਾਮ ਦੇ ਨਾਲ ਜੁੜਨਾ ਪੈਣਾ, ਕਸਤੂਰੀ ਦੇ ਨਾਲ ਜੁੜਨਾ ਪੈਣਾ। ਗੰਦੇ ਡੁੰਮ ਦੇ ਵਿੱਚ ਜਾ ਕੇ ਨਾ ਡਿੱਗੋ, ਗੰਦੇ ਚੜੇ 'ਚ ਨਾ ਡਿੱਗੋ ਜਾ ਕੇ। ਐਸਾ ਉਪਦੇਸ਼ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਿਰਫ 2 ਪੰਕਤੀਆਂ ਵਿੱਚ ਆਪਾਂ ਨੂੰ ਸੁੱਖ ਦੀ ਪਰਿਭਾਸ਼ਾ ਦੱਸ ਦਿੱਤੀ ਕਿ ਸੁੱਖ ਹੈ ਕੀ, ਇਕਾਗਰਤਾ ਹੈ। ਚੌਥੇ ਪਾਤਸ਼ਾਹ ਪੌੜੀ ਵਿੱਚ ਦੱਸਦੇ ਨੇ, ਪੌੜੀ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ। ਇਹ ਮੇਰੇ ਮਨਾ ਤੂੰ ਉਧਰ ਕਿਉਂ ਜਾਣਾ, ਇੱਧਰ ਉੱਧਰ ਕਿਉਂ ਭਟਕਦਾ? ਜੋ ਸਾਰਿਆਂ ਦੇ ਉੱਤੇ ਆਪਣਾ ਹੁਕਮ ਚਲਾਉਂਦਾ ਪਰਮੇਸ਼ਰ ਦਾ ਨਾਮ ਹੀ ਆ। ਉਹ ਪਰਮੇਸ਼ਰ ਦੇ ਨਾਮ ਦਾ ਹੁਕਮ ਹੀ ਸਾਰਿਆਂ ਦੇ ਉੱਤੇ ਚੱਲਦਾ। ਇੱਕ ਓੰਕਾਰ ਦਾ ਹੁਕਮ, ਵਾਹਿਗੁਰੂ ਦਾ ਹੁਕਮ ਸਾਰਿਆਂ ਦੇ ਉੱਤੇ ਚੱਲਦਾ। ਤੂੰ ਫਿਰ ਉਹੋ ਜਿਹੇ ਨਾਮ ਨੂੰ ਧਿਆਉਣਾ ਕਰ। ਤੂੰ ਕਿਉਂ ਆਪਣੇ ਆਪ ਨੂੰ ਸਮਝਦਾ ਕਿ ਮੈਂ ਹੋਰ ਥਾਂ ਦੇ ਉੱਤੇ ਆਨੰਦ ਮਾਣ ਲਵਾਂਗਾ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਅੰਤੀ ਅਵਸਰ ਲੈ ਛਡਾਏ। ਇਹੋ ਜਿਹੇ ਹਰੀ ਨਾਮ ਨੂੰ ਜਪ ਜਿਹੜਾ ਅੰਤ ਸਮੇਂ ਜਮਦੂਤਾਂ ਤੋਂ ਛੁਡਾ ਵੀ ਲਵੇ। ਘਰ ਦੇ ਜਿੰਨੇ ਪਦਾਰਥਾਂ ਵਿੱਚ ਸੁੱਖ ਮੰਨਿਆ ਸੀ, ਉਹਨਾਂ ਪਦਾਰਥਾਂ ਨੂੰ ਅੰਤ ਨੂੰ ਕਿਹੋ ਬਈ ਮੈਨੂੰ ਆਹ ਬਿਮਾਰੀਆਂ ਤੋਂ ਬਚਾ ਲਓ। ਪਦਾਰਥ ਬਿਮਾਰੀਆਂ ਲਾ ਸਕਦੇ ਨੇ, ਪਦਾਰਥ ਬਿਮਾਰੀਆਂ ਹਟਾ ਨਹੀਂ ਸਕਦੇ। ਜਦੋਂ ਦੀਆਂ ਇਹ ਇਲੈਕਟ੍ਰਿਕ ਚੀਜ਼ਾਂ ਆਈਆਂ ਸਾਰੀਆਂ, ਇਹਨਾਂ ਨੇ ਬਿਮਾਰੀਆਂ ਨੂੰ ਵਧਾਇਆ ਹੈ। ਫਰਿੱਜਾਂ ਨੇ ਬਿਮਾਰੀ ਨੂੰ ਵਧਾਇਆ। ਜਿੰਨੀਆਂ ਵੀ ਚੀਜ਼ਾਂ ਸਟੋਰ ਕਰ ਲੈਂਦੇ ਆ ਫਿਰ ਬਿਮਾਰੀਆਂ 'ਚ ਵਾਧਾ ਹੁੰਦਾ। ਜਿੰਨੀਆਂ ਚੀਜ਼ਾਂ ਦੇ ਆਪਾਂ ਸੁੱਖ ਦੇਖਦੇ ਹਾਂ, ਇਹ ਬੜੀ ਛੇਤੀ ਚੀਜ਼ ਗਰਮ ਹੋ ਜਾਂਦੀ ਹੈ। ਇਹਦੇ 'ਚ ਬਹੁਤ ਛੇਤੀ ਸਬਜ਼ੀ ਬਣ ਜਾਂਦੀ ਹੈ ਤੇ ਵਿਟਾਮਿਨ ਉੱਥੇ ਕਿੱਥੇ ਰਹੇ? ਉਹੀ ਪੁਰਾਣੀ ਰੀਤੀ ਸੀ, ਕੁੰਨੇ ਹੇਠ ਜਲਾਈਏ। ਕੁੰਨੇ ਤੌੜੀ ਵਿੱਚ ਜਿਹੜੀ ਦਾਲ ਬਣਦੀ ਸੀ, ਮਹਾਂ ਦੀ ਦਾਲ, ਮੋਠਾਂ ਦੀ ਦਾਲ, ਛੋਲਿਆਂ ਦੀ ਦਾਲ, ਉਹ ਸਵੇਰੇ ਮੱਠੀ ਮੱਠੀ ਅੱਗ ਤੇ ਰੱਖ ਕੇ ਰਾਤ ਤੱਕ ਬਣਦੀ ਰਹਿਣੀ। ਕਹਿੰਦੇ ਖੋਏ ਵਰਗੀ ਦਾਲ ਬਣੀ, ਖੋਏ ਵਰਗੀ। ਪੂਰੇ ਤੱਤ ਉਹਦੇ ਵਿੱਚ ਹਾਜ਼ਰ ਰਹਿੰਦੇ ਸੀ। ਦੁੱਧ ਸਵੇਰੇ ਕਾੜਨੀ ਵਿੱਚ ਰੱਖਣਾ ਹਾਰੇ 'ਚ, ਰਾਤ ਤੱਕ ਦੁੱਧ
ਨਾ ਤਾਂ ਉਹਦਾ ਕੋਈ ਅੰਦਰੋਂ ਸੜਦਾ ਸੀ ਤੇ ਸਵਾਦ ਵੀ ਹੋ ਜਾਂਦਾ ਸੀ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਸੰਸਾਰ ਦੇ ਜਿੰਨੇ ਪਦਾਰਥਾਂ ਦੇ ਆਪਾਂ ਜਿਉਂ-ਜਿਉਂ ਸੁਖ ਮਾਣਦੇ ਆਂ, ਦੁੱਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨਾ ਹੋਈ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ। ਮਹਾਰਾਜ ਕਹਿੰਦੇ ਇਹੋ ਜਿਹੇ ਹਰੀ ਦੇ ਨਾਮ ਨੂੰ ਜਪਣਾ ਕਰ ਜਿਹੜਾ ਸਾਰਿਆਂ ਦੇ ਮਨ ਦੀ ਤ੍ਰਿਸ਼ਨਾ ਰੂਪੀ ਭੁੱਖ ਨੂੰ ਦੂਰ ਕਰਦਾ। ਕਿਉਂਕਿ ਮਨ ਦੇ ਅੰਦਰ ਤ੍ਰਿਸ਼ਨਾ ਹੈ, ਤ੍ਰਿਸ਼ਨਾ ਹੀ ਭਜਾਈ ਫਿਰਦੀ ਆਪਾਂ ਸਾਰਿਆਂ ਨੂੰ। ਹੋਰ ਜੋੜ ਲਵਾਂ, ਹੋਰ ਇਕੱਠੇ ਕਰ ਲਵਾਂ, ਹੋਰ ਚੀਜ਼ਾਂ ਲੈ ਆਵਾਂ। ਅਸਲ ਵਿੱਚ ਉਹ ਨਕਲੀ ਸੁੱਖ ਦੇ ਦੇਣ ਕਰਕੇ ਪਦਾਰਥ ਨੂੰ ਹੀ ਆਪਾਂ ਸੁੱਖ ਸਮਝਿਆ। ਸੋ ਗੁਰਮੁਖ ਨਾਮ ਜਪਿਆ ਵਡਭਾਗੀ, ਤਿਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਜਿਨ੍ਹਾਂ ਵਡਭਾਗੀ ਗੁਰਮੁਖਾਂ ਨੇ ਉਹ ਨਾਮ ਜਪਿਆ ਪਰਮਾਤਮਾ ਦਾ, ਉਹਨਾਂ ਨੇ ਸਾਰੇ ਨਿੰਦਕ ਤੇ ਦੁਸ਼ਟ ਆਪਣੇ ਪੈਰੀ ਪਾ ਲਏ। ਭਾਵ ਸਾਰੇ ਆਪੇ ਹੀ ਪੈਰੀ ਪੈ ਗਏ ਉਹਨਾਂ ਦੇ, ਕਿਉਂਕਿ ਉਹਨਾਂ ਨੇ ਨਾਮ ਦਾ ਅਭਿਆਸ ਹੀ ਇੰਨਾ ਕਰ ਲਿਆ। ਨਾਨਕ ਨਾਮ ਅਰਾਧ ਸਭਨਾ ਤੇ ਵੱਡਾ, ਸਭ ਨਾਵੈ ਅੱਗੇ ਆਣ ਨਿਵਾਏ। ਸਤਿਗੁਰੂ ਕਹਿੰਦੇ ਸਾਰਿਆਂ ਸਾਧਨਾਂ ਤੋਂ ਵੱਡਾ ਸਾਧਨ ਨਾਮ ਹੈ, ਇਸ ਨੂੰ ਰੱਦ ਨਾ ਕਰ। ਵਾਹਿਗੁਰੂ ਦੇ ਨਾਮ ਜਪਣ ਵਾਲੇ ਦੇ ਅੱਗੇ ਸਾਰੇ ਜੀਵ ਪਰਮਾਤਮਾ ਨੇ ਆਣ ਕੇ ਲਿਆ ਕੇ ਸਭ ਨਾਵੈ ਅੱਗੇ ਆਣ ਨਿਵਾਏ। ਜਿਹਦੇ ਹਿਰਦੇ 'ਚ ਨਾਮ ਵਸਿਆ, ਜਿਹਦੇ ਮੁਖ ਵਿੱਚ ਨਾਮ ਹੈ, ਜਿਹਦੇ ਰੋਮ ਰੋਮ ਵਿੱਚ ਨਾਮ ਹੈ, ਉਹਦੇ ਅੱਗੇ ਸਾਰੇ ਪਰਮਾਤਮਾ ਨੇ ਝੁਕਾ ਤੇ ਲਿਆ ਕੇ, ਇੱਥੇ ਝੁਕੋ ਬਈ ਮੇਰੇ ਪਿਆਰੇ ਅੱਗੇ। ਵਾਸਤਵ ਦੇ ਵਿੱਚ ਉਹ ਨਾਮ ਦੇ ਅੱਗੇ ਜੀਵ ਸਾਰੇ ਝੁਕ ਜਾਂਦੇ ਨੇ। ਸੋ ਜਿਵੇਂ ਪਹਿਲਾਂ ਵੀ ਸੁਣਾਈ ਹੋਈ ਸਾਖੀ, ਸੋ ਦਾਰਾ ਬਦਮਾਸ਼ ਮੁਕਤਸਰ ਦੇ ਇਲਾਕੇ ਦਾ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੇ ਕਿਹਾ ਸੀ ਸਭ ਕੁਝ ਛੱਡ ਦੇ ਮਾੜੇ ਕੰਮ। ਕਹਿੰਦਾ ਛੱਡ ਤਾਂ ਦੇਵਾਂ ਪਰ ਦੁਸ਼ਮਣੀ ਬਹੁਤ ਹੈ ਮੇਰੀ। ਮਹਾਂਪੁਰਖ ਕਹਿੰਦੇ ਉਹ ਅਸੀਂ ਮੁਕਾ ਦਿੰਦੇ ਹਾਂ। 40 ਦਿਨ ਲਗਾਤਾਰ 32 ਮਾਲਾ ਮੂਲ ਮੰਤਰ ਦੀਆਂ ਰੋਜ਼ ਕਰ, 40ਵੇਂ ਦਿਨ ਸਾਰੇ ਦੁਸ਼ਮਣ ਤੇਰੇ ਪੈਰੀ ਪੈ ਜਾਣਗੇ। ਹੋਇਆ ਵੀ ਇਸੇ ਤਰ੍ਹਾਂ ਹੀ, ਅੰਮ੍ਰਿਤ ਛਕ ਲਿਆ ਉਹਨੇ। 40 ਦਿਨ ਮੂਲ ਮੰਤਰ ਦੀਆਂ 32 ਮਾਲਾ ਰੋਜ਼ ਕਰਵਾਈਆਂ ਜਦ, ਕਹਿੰਦਾ 40ਵੇਂ ਦਿਨ ਸਾਰੇ ਦੁਸ਼ਮਣ ਇਕੱਠੇ ਹੋ ਕੇ ਆ ਗਏ ਖਾਲੀ ਹੱਥ ਜੋੜ ਕੇ। ਕਹਿੰਦੇ ਦਾਰਿਆ, ਜਦ ਤੱਕ ਤੂੰ ਗੁੰਡਾ ਬਦਮਾਸ਼ ਸੀ ਉਦੋਂ ਤੱਕ ਤੂੰ ਸਾਡਾ ਸ਼ਰੀਕ ਸੀ। ਤੂੰ ਉਸ ਇਲਾਕੇ 'ਚ ਡਾਕੇ ਮਾਰਦਾ ਸੀ, ਉੱਥੇ ਲੁੱਟਦਾ, ਉੱਥੇ ਮਾਰਦਾ ਸੀ, ਉੱਧਰ ਕਰਦੇ ਕੰਮ। ਪਰ ਹੁਣ ਤਾਂ ਭਾਈ ਤੂੰ ਰੱਬ ਦਾ ਪਿਆਰਾ ਬਣ ਗਿਆ, ਚੋਲਾ ਪਾ ਲਿਆ, ਪਾਠ ਕਰਨ ਲੱਗ ਗਿਆ। ਹੁਣ ਸਾਡੀ ਤੇਰੇ ਨਾਲ ਕੋਈ ਦੁਸ਼ਮਣੀ ਨਹੀਂ। ਹੁਣ ਤੂੰ ਸੰਤ ਮਹਾਤਮਾ ਬਣ ਗਿਆ, ਬਸ ਹੁਣ ਅਸੀਂ ਸਾਰੇ ਤੇਰੇ ਮਿੱਤਰ ਬਣ ਗਏ। ਦਾਰਾ ਕਹਿੰਦਾ ਜੇ ਮੇਰੇ ਮਿੱਤਰ ਬਣ ਗਏ ਹੋ, ਜਦ ਆਪਾਂ ਗੁੰਡੇ ਬਦਮਾਸ਼ੀਆਂ ਡਾਕੇ ਇਕੱਠੇ ਮਾਰੇ ਆ, ਤੇ ਫਿਰ ਹੁਣ ਅੰਮ੍ਰਿਤ ਵੀ ਛਕ ਲਓ। ਹੁਣ ਸਾਰੇ ਆਪਾਂ ਸ਼ਾਂਤੀ ਕਿਉਂ ਨਾ ਬਣ ਜਾਈਏ। ਫਿਰ ਸਾਰੇ ਇਲਾਕੇ ਵਿੱਚ ਜਿੰਨੇ ਬਦਮਾਸ਼ ਸੀ ਸਭ ਨੂੰ ਅੰਮ੍ਰਿਤ ਛਕਾ ਕੇ ਨਾਮ ਜਪਣ ਲਾਤਾ। ਆਪ ਤਾਂ ਤਰਿਆ ਹੀ ਤਰਿਆ, ਸਾਰਿਆਂ ਨੂੰ ਨਾਲ ਹੀ ਤਾਰ ਦਿੱਤਾ। ਫਿਰ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਨਾਮ ਵਿੱਚ ਬਹੁਤ ਤਾਕਤ ਹੈ, ਅਜਮਾ ਕੇ ਦੇਖੋ, ਗੱਲੀ ਨਹੀਂ। ਇਹ ਮੇਰੇ ਮਨ ਦੀ ਵਿਚਾਰ ਸੀ ਪਹਿਲਾਂ ਵੀ ਕਿ ਸਾਰੀ ਸੰਗਤ ਨੂੰ ਬੇਨਤੀ ਕਰੀਏ ਕਿ ਜੇ 32 ਮਾਲਾ ਮੂਲ ਮੰਤਰ ਦੀਆਂ ਕਰੀਏ 40 ਦਿਨ 'ਚ 1.25 ਲੱਖ ਪਾਠ ਹੋ ਜਾਂਦਾ। ਇੱਕ ਚਲਾਉਣ ਦਾ ਤਰੀਕਾ ਜਿਹਾ ਹੁੰਦਾ, ਬਹਾਨਾ ਹੁੰਦਾ ਹੈ, ਇਹਦੇ ਉੱਤੇ ਤਰਕ ਨਹੀਂ ਕਰਨੀ ਕਿਸੇ ਨੇ। ਸੋ ਇਹਦੇ ਵਿੱਚ ਆਪਾਂ ਪਰਿਵਾਰ ਦੇ ਜੀਆਂ ਵਿੱਚ ਪਾਠ ਵੰਡ ਸਕਦੇ ਹਾਂ। 4-4 ਮਾਲਾ 8 ਜਾਣੇ ਕਰਨ 32, 8-8 ਮਾਲਾ 4 ਜਾਣੇ ਕਰਨ ਫਿਰ ਵੀ 32। ਰਲ ਮਿਲ ਕੇ ਜੇ 2 ਜਾਣੇ 16-16 ਕਰਨ ਤਾਂ ਵੀ 32 ਹੋ ਜਾਂਦੀਆਂ ਨੇ। 3 ਜਾਣੇ ਕਰ ਲਓ। ਇਸ ਤਰ੍ਹਾਂ ਜੇ ਇਕੱਲਾ ਹੀ ਆ ਫਿਰ 16 ਮਾਲਾ ਰੋਜ਼ ਨਹੀਂ ਹੁੰਦੀਆਂ, 8 ਮਾਲਾ ਰੋਜ਼ ਨਹੀਂ ਹੁੰਦੀਆਂ, ਫਿਰ 4 ਮਾਲਾ ਨਾਲ ਸਾਲ ਭਰ 'ਚ ਹੋ ਜਾਂਦਾ। ਇਸ ਤਰ੍ਹਾਂ ਸਤਿਗੁਰੂ ਦੀ ਕਿਰਪਾ ਹੁੰਦੀ। ਸੋ ਜਿੰਨੇ ਪ੍ਰੇਮੀ ਜਨ ਸੁਣਦੇ ਨੇ ਕਥਾ, ਸਾਰਿਆਂ ਨੂੰ ਚਾਹੀਦਾ ਕਿ ਉਹ ਮੂਲ ਮੰਤਰ ਦਾ 1.25 ਲੱਖ ਪਾਠ ਕਰਕੇ ਭੋਗ ਪਾਓ। ਦੇਗ ਬਣਾ ਕੇ ਆਰੰਭ ਕਰੋ, ਦੇਗ ਬਣਾ ਕੇ ਭੋਗ ਪਾ ਕੇ ਫਿਰ ਆਰੰਭ ਕਰ ਲਓ, ਫਿਰ ਭੋਗ ਪਾ ਲਓ, ਫਿਰ ਆਰੰਭ ਕਰ ਲਓ। ਜਦ 3-4 ਵਾਰੀ ਤੁਸੀਂ ਇਸ ਤਰ੍ਹਾਂ ਕਰੋਗੇ ਤੁਹਾਨੂੰ ਪਤਾ ਲੱਗ ਜਾਏਗਾ, ਆਪੇ ਹੀ ਸਭ ਪਤਾ ਲੱਗ ਜਾਏਗਾ ਵੀ ਇਹ ਕੀ ਚੀਜ਼ ਹੈ। ਮੂਲ ਮੰਤਰ ਆਪੇ ਹੀ ਸਭ ਕੁਝ ਦਿਖ ਜਾਏਗਾ, ਦੱਸਣ ਦੀ ਲੋੜ ਹੀ ਨਹੀਂ ਪੈਣੀ।
ਅੱਬਲ ਤੇ ਪਹਿਲੇ 1.25 ਲੱਖ 'ਚ ਹੀ ਕਿਰਪਾ ਹੋ ਜਾਂਦੀ, ਨਹੀਂ ਉਹ ਤਾਂ ਦੂਜੇ 'ਚ ਹੋ ਜਾਣੀ ਬਸ। ਕੀ ਕਹਿਣਾ, ਕਿਸੇ ਦੇ ਪਿਛਲੇ ਬਹੁਤੇ ਹੀ ਕਰਮ ਗੁਨਾਹ ਕੀਤੇ ਜ਼ਿਆਦੇ, ਤੀਜੇ ਜਾ ਕੇ ਹੋ ਜੂ। ਜਿਵੇਂ ਹਰਿਮੰਦਰ ਸਾਹਿਬ ਦੀ ਉੱਪਰਲੀ ਛੱਤ ਤੇ ਕੋਈ ਸਿੰਘ ਬੈਠ ਕੇ ਅਭਿਆਸ ਕਰਦਾ ਸੀ, ਪਹਿਲਾਂ ਵੀ ਦੱਸਿਆ ਹੋਇਆ ਵੀ ਅਭਿਆਸ ਕਰਦਿਆਂ 40 ਦਿਨ ਲੰਘ ਗਏ, ਜਦ 1.25 ਲੱਖ ਦਾ ਭੋਗ ਪਾਇਆ, ਦਰਸ਼ਨਾਂ ਦੀ ਇੱਛਾ ਲੈ ਕੇ ਬੈਠਾ ਸੀ ਪੰਜਵੇਂ ਪਾਤਸ਼ਾਹ ਦੇ, ਹੋਏ ਨਾ। ਦੁਬਾਰਾ ਫੇਰ ਬਹਿ ਗਿਆ, ਫੇਰ ਨਾ ਦਰਸ਼ਨ ਹੋਏ, ਫਿਰ ਤੀਜੀ ਵਾਰ ਫੇਰ ਬਹਿ ਗਿਆ, ਬਸ ਉਹ ਛੱਤ ਤੇ ਹੀ ਬੈਠਾ ਰਹਿੰਦਾ, ਪਾਠ ਕਰੀ ਜਾਂਦਾ। ਤੀਜੇ ਦਿਨ 38ਵੇਂ ਤੀਜੇ ਚਲੀਸੇ 'ਚ 38ਵੀਂ ਵਾਰ ਜਦੋਂ 38ਵੇਂ ਦਿਨ ਜਾ ਕੇ ਪਾਠ ਕਰ ਰਿਹਾ ਸੀ, ਮਾਲਾ ਪੂਰੀਆਂ ਹੋਈਆਂ ਜਦ ਅੰਮ੍ਰਿਤ ਵੇਲੇ ਹੀ, ਤਾਂ ਉਦੋਂ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਦਰਸ਼ਨ ਬਖਸ਼ੇ। ਬਹੁਤ ਖੁਸ਼ ਹੋਇਆ, ਚਰਨਾਂ ਤੇ ਮੱਥਾ ਟੇਕਿਆ, ਪਰ ਮਨੁੱਖੀ ਆਦਤ ਨਹੀਂ ਜਾਂਦੀ। ਕਹਿੰਦਾ ਮਹਾਰਾਜ ਪਹਿਲਾਂ 2 ਵਾਰੀ 1.25 ਲੱਖ ਪਾਠ ਦਾਸ ਨੇ ਕੀਤਾ, ਦਰਸ਼ਨ ਨਹੀਂ ਦਿੱਤੇ ਆਪ ਨੇ। ਸਤਿਗੁਰੂ ਕਹਿੰਦੇ ਮੇਰੇ ਤੇਰੇ ਵਿਚਕਾਰ ਇੱਕ ਪੜਦਾ ਸੀ, ਮੈਂ ਤਾਂ ਕੋਲ ਹੀ ਖੜਾ ਸੀ ਇੱਥੇ ਤੇਰੇ, ਮੈਂ ਤਾਂ ਕਿਤੇ ਦੂਰ ਜਾਂਦਾ ਹੀ ਨਹੀਂ ਕਿਸੇ ਤੋਂ। ਕਹਿੰਦੇ ਇੱਕ ਜਨਮ ਦੇ ਵਿੱਚ ਤੂੰ 100 ਗਊ ਦੀ ਹੱਤਿਆ ਕੀਤੀ, ਉਹ ਮੇਟੀ 40 ਦਿਨ 'ਚ 1.25 ਲੱਖ ਪਾਠ ਨਾਲ। ਇੱਕ ਜਨਮ ਦੇ ਵਿੱਚ ਤੂੰ ਇੱਕ ਬਹੁਤ ਅੱਛਾ ਕੋਈ ਬ੍ਰਾਹਮਣ ਪੁਰਸ਼ ਸੀ, ਚੰਗੇ ਜੀਵਨ ਵਾਲਾ, ਉਹ ਮਾਰਤਾ, ਫਿਰ 1.25 ਲੱਖ ਪਾਠ 'ਚ ਉਹ ਤੇਰਾ ਪਾਪ ਮਿਟਿਆ। ਫਿਰ 38 ਦਿਨ ਲੱਗ ਗਏ ਆ ਜਨਮ ਦੇ ਜਿੰਨੇ ਗੁਨਾਹ ਸੀ ਮਿਟਣ ਨੂੰ। ਜਦੋਂ ਸਾਰੇ ਕਲੀਅਰ ਹੋ ਗਏ, ਅਸੀਂ ਤੇਰੇ ਸਾਹਮਣੇ ਹੋ ਗਏ। ਇਸ ਕਰਕੇ ਸਤਿਗੁਰੂ ਕਹਿੰਦੇ ਸਾਡੇ ਵਿਚਕਾਰ ਸਾਡੇ ਗੁਨਾਹ ਹੀ ਆ ਕੇ ਰੁਕਾਵਟ ਪਾ ਲੈਂਦੇ ਨੇ ਕਿ ਜੀ ਪਹਿਲਾਂ ਮੇਰਾ ਹਿਸਾਬ ਤਾਂ ਦਵਾ ਜਾਓ, ਇਹਨੇ ਤਾਂ ਫਿਰ ਚਲੇ ਜਾਣਾ ਤੁਹਾਡੇ ਨਾਲ, ਸਾਡਾ ਲੇਖਾ ਕੌਣ ਦਵਾਊਗਾ। ਇਸ ਕਰਕੇ ਹੈ ਕਿ ਅਭਿਆਸ ਆਰੰਭ ਕਰੋ, 4 ਮਾਲਾ 8 ਮਾਲਾ 16 ਮਾਲਾ 32 ਮਾਲਾ, ਇਹ ਕਰਾਉਣ ਦੇ ਇੱਕ ਤਰੀਕੇ ਹੁੰਦੇ ਸਿਆਣਿਆਂ ਦੇ। ਜਿਵੇਂ ਬੱਚੇ ਨੂੰ 3 ਲਾਈਨੀ ਕਾਪੀ ਲਾਈ ਦੀ ਪਹਿਲਾਂ ABC ਵਾਸਤੇ, ਫਿਰ ਹੌਲੀ ਹੌਲੀ 2 ਲਾਈਨਾਂ ਵਾਲੀ, ਫਿਰ ਕੋਰਾ ਕਾਗਜ਼, ਇਸੇ ਤਰ੍ਹਾਂ ਆਰੰਭ ਪਹਿਲਾਂ ਕਰਨਾ, ਮੁੜ ਕੇ ਤਾਂ ਆਪੇ ਹੀ ਮੂਲ ਮੰਤਰ ਨੇ ਹੋਈ ਜਾਣਾ, ਫਿਰ ਗਿਣਤੀਆਂ ਤੋਂ ਬਾਹਰ ਕੰਮ ਹੋ ਜਾਂਦਾ। ਆਰੰਭ ਦੇ ਵਿੱਚ ਜਿਵੇਂ ਕਿਸੇ ਦਰਖਤ ਨੂੰ ਆਪਾਂ ਸਪੋਰਟ ਦਿੰਦੇ ਆ, ਜਦੋਂ ਦਰਖਤ ਵੱਡਾ ਬ੍ਰਿਕਸ਼ ਬਣ ਜਾਂਦਾ ਫਿਰ ਸਪੋਰਟ ਦੀ ਲੋੜ ਨਹੀਂ ਪੈਂਦੀ ਉਹਨੂੰ। ਵਾਹਿਗੁਰੂ ਜੀ। ਸ਼ਲੋਕ ਮਹੱਲਾ ਤੀਜਾ। ਵੇਸ ਕਰੇ ਕੁਰੂਪ ਕੁਲੱਖਣੀ, ਮਨ ਖੋਟੈ ਕੂੜਿਆਰ। ਮਨ ਦੇ ਖੋਟੇ ਸੰਕਲਪਾਂ ਵਾਲੀ ਜਿਹੜੀ ਕੂੜਿਆਰ ਹੁੰਦੀ ਨੀ, ਝੂਠੀ ਜੀਵ ਰੂਪ ਇਸਤਰੀ, ਬਾਹਰੋਂ ਤਾਂ ਕਈ ਤਰ੍ਹਾਂ ਦੇ ਲਿਬਾਸ ਸ਼ਿੰਗਾਰ ਕਰਦੀ, ਦਿਖਾਵਾ ਧਰਮ ਦਾ ਕਰਦੀ ਆ, ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕਟੈ ਬਾਸ ਨਰਕ ਮੋਲੀਨ। ਪਰ ਅੰਦਰੋਂ ਜਿਹੜੀ ਨਾ ਕਰੂਪ ਹੁੰਦੀ, ਸਫਾਈ ਰੂਪੀ ਰੂਪ ਤੋਂ ਰਹਿਤ, ਤੇ ਕੁਲੱਖਣੀ ਹੁੰਦੀ ਭੈੜੇ ਲੱਛਣਾਂ ਵਾਲੀ, ਕੁਲੱਖਣੀ ਹੁੰਦੀ ਸ਼ੁਭ ਗੁਣਾ ਰੂਪੀ ਕੁਲ ਦੇ ਖੈ ਕਰਨ ਵਾਲੀ। ਫਿਰ ਕਹਿ ਭਾਣੈ ਨਾ ਚੱਲੈ, ਹੁਕਮ ਕਰੇ ਗਾਵਾਰ। ਉਹ ਮੂਰਖ ਇਸਤਰੀ ਪਤੀ ਦੇ ਹੁਕਮ ਵਿੱਚ ਨਹੀਂ ਚੱਲਦੀ, ਸਗੋਂ ਪਤੀ ਉੱਤੇ ਆਪਣਾ ਹੁਕਮ ਕਰਦੀ ਹੈ। ਸੋ ਇਸ ਤਰ੍ਹਾਂ ਇਸਤਰੀ ਦੀਆਂ ਵੀ ਕਈ ਪ੍ਰਕਾਰ ਦੀਆਂ, ਪਤਨੀਆਂ ਵੀ ਕਈ ਪ੍ਰਕਾਰ ਦੀਆਂ ਹੁੰਦੀਆਂ। ਉਹਨਾਂ ਵਿੱਚੋਂ ਸੋ ਇੱਕ ਸੇਠਾਣੀ ਪਤਨੀ ਹੁੰਦੀ ਜਿਹੜੀ ਬੈਠ ਕੇ ਹੁਕਮ ਕਰਦੀ, ਕਹਿੰਦੀ ਲਿਆ ਪਈ ਪੈਸੇ ਲਿਆ, ਬਸ ਹੁਕਮ ਕਰ ਕਰਕੇ ਮੰਗੀ ਜਾਂਦੀ ਪਦਾਰਥ। ਇਹਨਾਂ ਦੀਆਂ ਵੀ 5-6 ਕਿਸਮਾਂ ਹੁੰਦੀਆਂ ਨੇ। ਸੋ ਇਸ ਤਰੀਕੇ ਨਾਲ ਕਈ ਹਿਤੂ ਹੁੰਦੀਆਂ ਨੇ ਬਹੁਤ, ਕਈ ਡੋਬਣ ਵਾਲੀਆਂ ਹੁੰਦੀਆਂ ਕੁਲ ਨੂੰ, ਕਈ ਪ੍ਰਕਾਰ ਦੀਆਂ ਹੁੰਦੀਆਂ ਨੇ। ਕਹਿੰਦੇ ਇਹ ਜਿਹੜੀ ਹੁਕਮ ਕਰੇ ਗਾਵਾਰ, ਇਹ ਹੁਕਮ ਹੀ ਕਰਦੀ ਨਹੀਂ ਬੈਠੀ, ਆਹ ਲਿਆਓ ਆਹ ਲਿਆਓ, ਐਂ ਕਰੋ, ਆਪ ਬੈਠੀ ਰਹਿਣਾ, ਕੋਈ ਕੰਮ ਨਾ ਕਰਨਾ। ਇਸ ਤਰ੍ਹਾਂ ਦੇ ਜੀਵ ਨੇ ਜਿਹੜੇ ਪਿਰਕੇ ਭਾਣੇ ਨਾ ਚੱਲੇ, ਪਰਮਾਤਮਾ ਦੇ ਹੁਕਮ 'ਚ ਤਾਂ ਚੱਲਦੇ ਨਹੀਂ, ਉਲਟਾ ਰੱਬ ਨੂੰ ਕਹੀ ਜਾਣਗੇ ਆਹ ਨਹੀਂ ਦਿੱਤਾ, ਉਹ ਨਹੀਂ ਦਿੱਤਾ, ਆਹ ਦੇ ਮੈਨੂੰ, ਉਹ ਦੇ। ਪਰਮਾਤਮਾ ਦੇ ਹੀ ਜਾਂਦਾ, ਦਿੰਦਾ ਦੇ, ਲੈਂਦੇ ਥੱਕ ਪਾਹੇ। ਉਹ ਲਈ ਜਾਂਦੇ, ਖਾਈ ਜਾਂਦੇ, ਖਾਈ ਜਾਂਦੇ, ਕੇਤੇ ਮੂਰਖ ਖਾਹੀ ਖਾਹੇ। ਉਹ ਖਾਈ ਜਾਂਦੇ, ਬਸ ਜੁਗਾ ਜੁਗੰਤਰ ਖਾਹੀ ਖਾਹੇ। ਫੇਰ ਮਹਾਰਾਜ ਕਹਿੰਦੇ ਉਹ ਹੁਕਮ ਹੀ ਕਰੀ ਜਾਂਦੇ ਨੇ, ਮੈਨੂੰ ਆਹ ਲਿਆ ਕੇ ਦਓ, ਮੈਨੂੰ ਉਹ ਲਿਆ ਕੇ ਦਓ। ਗੁਰ ਕੈ ਭਾਣੈ ਜੋ ਚੱਲੈ, ਸਭ ਦੁੱਖ ਨਿਵਾਰਨਹਾਰ। ਜਿਹੜੀ ਜੀਵ ਰੂਪ ਇਸਤਰੀ ਗੁਰਾਂ ਦੇ ਹੁਕਮ ਚੱਲਦੀ, ਉਹ ਸਾਰਿਆਂ ਦੁੱਖਾਂ ਦੇ ਨਿਵਰਤ ਕਰਨ ਵਾਲੀ ਬਣ ਜਾਂਦੀ ਹੈ। ਲਿਖਿਆ ਮੇਟ ਨਾ ਸਕੀਐ, ਜੋ ਧੁਰ ਲਿਖਿਆ ਕਰਤਾਰ। ਕਰ ਤਾਰ, ਜਿਹਦੇ ਹੱਥ ਵਿੱਚ ਰੋਜੀ ਰੂਪ ਤਾਰ ਪਕੜੀ ਆ, ਸੱਤਾ ਰੂਪੀ ਤਾਰ ਪਕੜੀ ਕਰਤਾਰ ਨੇ, ਧੁਰੋਂ ਹੀ ਜਨਮ ਕਾਲ ਤੋਂ ਹੀ ਮੱਥੇ ਦੇ ਲੇਖ ਇਹੋ ਜਿਹੇ ਲਿਖਤੇ ਉਹ ਜੀਵ ਦੇ ਕਿ ਉਹ ਲਿਖੇ ਹੋਏ ਲੇਖ ਨੂੰ ਭੋਗੇ ਤੋਂ ਬਗੈਰ ਲੇਖ ਮਿਟਦਾ ਹੀ ਨਹੀਂ, ਉਹ ਜ਼ਰੂਰ ਹੀ ਭੋਗਣਾ ਪੈਂਦਾ।
पर सतगुरु जे किते विच आ जाण, सतगुरु सुपने च भुगता देण, फिर तां ठीक है, नहीं तां वो भोगना ही पैंदा। मन तन सौंपे कंत कौ सबदे धरे प्यार। कंत कौ पति नूं अपना मन तन सौंप देवे ते शब्दे हुंदा हुक्म मनण विच प्यार करे, गुरां दे उपदेश विच प्यार करे, मन करके शब्द दा अभ्यास करे, शरीर करके रहत रखे, ककारां दी, बाणी पढ़न दी, सेवा दी, जुबान करके नाम जपे, मिठ बोलड़ा बन जावे, निमरता दे अखर, निवन सोखर खवण गुण, जेबा मणिया मंथ, ये त्रै भैणे बेस कर, तां वस आवी कंत। फिर मन नूं परमात्मा वाले पासे लावे, तन नूं भी उधर ही लावे, शब्द दे नाल विचार करे, शब्द विच प्यार करे। बिन नावै किनै ना पाया, देखो हृदय विचार। नाम सिमरन तो बिना किसी ने परमेश्वर की प्राप्ति नहीं की अज तक। ये भावें तुसीं अपने मन च विचार के देख लो भी नाम नूं छड्ड के होर साधन किसी नाल भी परमात्मा की प्राप्ति जे किसी नूं होई है तां कहण दस दिओ। नानक साथ सवालिओ सुलखणी, जे रावी सिरजनहार। सतगुरु जी कथन करते ने कि जिहड़ी जीव रूप इस्तरी सिरजनहार वाहिगुरु ने अपने नाल रावी हुंदी मेल लई है, वो इस्तरी सवालिओ तो भाव सुंदर सलाहणे जोग, सो शुभ लक्षणां वाली बन, सुलखणी 32 लक्षणां वाली बन जाती, वो शुभ लक्षणां वाली बन जाती है। ਉਹਦੇ ਵਿੱਚ शुभ गुण आ जाते ने, निमरता, मिठास, ਉਹਦਾ बोलना, ਉਹਦਾ ਕੰਮ करना, ਉਹਦਾ सेवा भाव, ਉਹ ਆਪਾਂ ਨੂੰ ਚੰਗਾ ਲੱਗਣ ਲੱਗ ਜਾਂਦਾ, ਗੁਰਾਂ ਨੂੰ भी बड़ा चंगा लगता। इस करके सतगुरु महाराज सच्चे पातशाह फरमाउंदे हन आपां नूं, माया मोह गुबार है, तिसदा ना दिसै और वार ना पार। हुण तीजे पातशाह महाराज फरमाउंदे ने, माया दे मोह दा बड़ा भारी घुप गाढ़ा हनेरा उठिया होया। मिट्टी जिहड़ी उडण नाल जिहड़ा हनेरा हो जाए उहनूं गुबार कहंदे ने। काली बोली नेरी, कालियां पीलियां नेरियां पहलां आउंदियां हुंदियां सी। तो इस हनेरे दे और वार पार दा कोई अंत नहीं दिखदा। अज्ञानता दा इन्ना हनेरा है कि बंदे नूं कुछ भी नज़र नहीं आउंदा अज्ञानता करके। मनमुख अज्ञानी महा दुख पाएंदे, डुबे हर नाम विसार। मनमुख अज्ञानी मोह विच डुबे पए ने, बहुता ज्यादा दुख पाउंदे ने परमात्मा नूं भुला के। भलके उठ बहु कर्म कमावै, दूजै भाए प्यार। वो द्वैश भावना नाल ही प्यार करते हैं। भलके तो भाव तड़के सवेरे उठ के बहुते कर्मां नूं पापां नूं कमाउंदे ने, कर्म कांड करते ने, नाम जपदे नहीं ते कर्म कांड तड़के उठ के शुरू कर दिंदे ने। ਉਹਦਾ ਤਾਂ कोई फायदा ही नहीं होना, जिन्ना मर्जी कर्म कांड करी जाओ, गल मन लैनी चंगी हुंदी। सतगुरु कहते ने बहुत सारे लोग अपना कर्म कांड करते, उन्होंने आप ही निगाह मारनी चाहिए है। सतगुर सेवा अपना भौजल उतरे पार। ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਸਤਿਗੁਰਾਂ ਦੀ ਸੇਵਾ ਕਰਦੇ ਆ, ਪਹਿਲਾਂ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਇਓ ਰੋਗਾ, ਫਿਰ ਗੁਰੂ ਸਾਹਿਬ ਦੀ ਸੇਵਾ, ਪ੍ਰਕਾਸ਼ ਦੀ, ਚੌਰ ਦੀ ਸੇਵਾ, ਰਮਾਲਿਆਂ ਦੀ ਸੇਵਾ, ਸਫਾਈ ਕਰਨੀ, ਖੁਸ਼ਬੂਆਂ ਛਿੜਕਣੀਆਂ, ਪਾਠ ਕਰਨੇ, ਫਿਰ ਸਿਹਰੇ ਚੜਾਉਣੇ ਸੁੰਦਰ, ਐਨ ਸਤਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ। ਸਤਿਗੁਰੂ ਕਹਿੰਦੇ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ ਨੇ ਜਿਨ੍ਹਾਂ ਨੇ ਆਪਣੇ ਸਤਿਗੁਰਾਂ ਦੀ ਸੇਵਾ ਕੀਤੀ ਹੈ। ਸੇਵਾ ਕਰਨ ਦੇ ਨਾਲ ਬਖਸ਼ਿਸ਼ ਹੋ ਜਾਂਦੀ ਹੈ। ਸੋ ਇਸ ਤਰ੍ਹਾਂ ਜਿਵੇਂ ਪਟਨਾ ਸਾਹਿਬ ਸਿੰਘ ਸੀ, ਬਹੁਤ ਪੁਰਾਣੀ ਗੱਲ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੂੰ ਉਹਨੇ ਦੱਸਿਆ 1976 ਦੇ ਵਿੱਚ, ਕਹਿੰਦਾ ਮੈਂ ਕਈ ਸਾਲਾਂ ਤੋਂ ਸਵੇਰੇ ਹੀ ਆਉਣਾ, ਪਰਿਕਰਮਾ ਪਹਿਲਾਂ ਆ ਕੇ ਮੱਥਾ ਟੇਕਦਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਕਰਕੇ, ਫਿਰ ਇੱਕ ਪਰਿਕਰਮਾ ਕਰਕੇ ਗੁਰੂ ਅੰਗਦ ਦੇਵ ਦੇ ਚਰਨਾਂ ਦਾ ਧਿਆਨ ਕਰਕੇ ਮੱਥਾ ਟੇਕਦਾ, ਫਿਰ ਇੱਕ ਪਰਿਕਰਮਾ ਕਰਕੇ ਗੁਰੂ ਅਮਰਦਾਸ ਦੇ ਚਰਨਾਂ ਦਾ ਧਿਆਨ। ਕਹਿੰਦਾ ਜੀ 10 ਸਾਲਾਂ ਤੋਂ ਮੈਂ ਇਹੀ ਕਿਰਿਆ ਕੀਤੀ, ਅੱਜ ਮੈਨੂੰ ਕਹਿੰਦਾ 10 ਗੁਰਾਂ ਦੇ ਚਰਨਾਂ ਦੇ ਦਰਸ਼ਨ ਹੋ ਜਾਂਦੇ ਨੇ, ਕਿਉਂਕਿ ਉਹਦੀ ਮਨ ਦੀ ਇਕਾਗਰਤਾ ਉੱਥੇ ਹੋ ਗਈ। ਗੁਰਾਂ ਨੇ ਪਟਨਾ ਸਾਹਿਬ ਉੱਤੇ ਕਿਰਪਾ ਕਰ ਦਿੱਤੀ। ਇਸ ਕਰਕੇ ਸਤਿਗੁਰੂ ਕਹਿੰਦੇ ਕੋਈ ਵੀ ਬੰਦਾ ਸਾਡੀ ਸੇਵਾ ਕਰਦਾ ਹੈ
ਤਾਂ ਅਸੀਂ ਉਹਨੂੰ ਫਲ ਦਿੰਦੇ ਜ਼ਰੂਰ, ਖਾਲੀ ਨਹੀਂ ਤੋੜਦੇ ਉਹਨੂੰ। ਨਾਨਕ ਗੁਰਮੁਖ ਸੱਚ ਸਮਾਵ ਹੈ, ਸੱਚ ਨਾਮ ਉਰਤਾਰ। ਸਤਿਗੁਰੂ ਕਥਨ ਕਰਦੇ, ਗੁਰਮੁਖ ਜਨ ਹਿਰਦੇ 'ਚ ਸੱਚ ਨਾਮ ਨੂੰ ਧਾਰ ਕੇ ਨਾ ਫਿਰ ਸੱਚ ਸਰੂਪ ਵਿੱਚ ਸਮਾ ਜਾਂਦੇ ਨੇ। ਸਤਿਗੁਰ ਸੇਵਾ ਹੈ ਆਪਣਾ ਭੌਜਲ ਉਤਰੇ ਪਾਰ। ਜਿਹੜੇ ਗੁਰਮੁਖ ਜਿਗਿਆਸੂ ਆਪਣੇ ਸਤਿਗੁਰਾਂ ਦੀ ਸੇਵਾ ਕਰਕੇ ਫਿਰ ਸੇਵਾ ਕਰਦੇ, ਉਹ ਸੰਸਾਰ ਸਮੁੰਦਰ 'ਚੋਂ ਪਾਰ ਉਤਰ ਗਏ। ਤੇ ਮਹਾਰਾਜ ਕਹਿੰਦੇ, ਗੁਰਮੁਖ ਜਨ ਹਿਰਦੇ 'ਚ ਸੱਚੇ ਨਾਮ ਨੂੰ ਧਾਰ ਕੇ ਸੱਚ ਸਰੂਪ ਵਿੱਚ ਸਮਾ ਜਾਂਦੇ ਨੇ। ਇਸ ਤਰ੍ਹਾਂ ਤੀਜੇ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ ਨੇ। ਪੌੜੀ ਹਰ ਜਲ ਥਲ ਮਹੀਲ ਭਰਪੂਰ, ਦੂਜਾ ਨਾਹੇ ਕੋਏ। ਜਲਾਂ ਵਿੱਚ, ਥਲਾਂ ਵਿੱਚ, ਪ੍ਰਿਥਵੀ ਆਲ ਆਕਾਸ਼ ਵਿੱਚ, ਸਾਰਿਆਂ ਥਾਵਾਂ ਤੇ ਹਰੀ ਪ੍ਰਮਾਤਮਾ ਭਰਪੂਰ ਹੈ। ਉਹਦੇ ਵਰਗਾ ਦੂਜਾ ਹੋਰ ਕੋਈ ਨਹੀਂ। ਹਰ ਆਪ ਬਹਿ ਕਰੇ ਨਿਆਉ, ਕੂੜਿਆਰ ਸਭ ਮਾਰ ਕਢੋਏ। ਹਰੀ ਪ੍ਰਮਾਤਮਾ ਆਪ ਬੈਠ ਕੇ ਜੀਵਾਂ ਦਾ ਨਿਆਂ ਕਰਦਾ, ਇਨਸਾਫ ਕਰਦਾ। ਜਿੰਨੇ ਕੁ ਝੂਠੇ ਬੰਦੇ ਨੇ ਸਾਰਿਆਂ ਨੂੰ ਮਾਰ ਕੇ ਬਾਹਰ ਕੱਢ ਦਿੰਦਾ। ਆਪ ਨਿਆਂ ਕਰਤਾ ਹੈ ਉਹ। ਸਚਿਆਰਾਂ ਦੇ ਵਡਿਆਈ, ਹਰ ਧਰਮ ਨਿਆਉ ਕੀਓਏ। ਸੱਚਿਆਂ ਨੂੰ ਵਾਹਿਗੁਰੂ ਵਡਿਆਈ ਦਿੰਦਾ, ਜਿਹੜੇ ਸਚਿਆਰ ਬੰਦੇ ਨੇ। ਹਰੀ ਨੇ ਧਰਮ ਦਾ ਇਨਸਾਫ ਕੀਤਾ। ਸਭ ਹਰ ਕੀ ਕਰੋ ਉਸਤਤ, ਜਿਨ ਗਰੀਬ ਅਨਾਥ ਰਾਖ ਲੀਓਏ। ਤਾਂ ਤੇ ਤੁਸੀਂ ਸਾਰੇ ਜਣੇ ਰਲ ਕੇ ਹਰੀ ਦੀ ਉਪਮਾ ਕਰੋ, ਪ੍ਰਮਾਤਮਾ ਦੀ ਮਹਿਮਾ ਕਰੋ, ਜਿਹਨੇ ਗਰੀਬਾਂ ਅਨਾਥਾਂ ਨੂੰ ਰੱਖ ਲਿਆ, ਬਚਾ ਲਿਆ ਸਾਨੂੰ। ਜੈਕਾਰ ਕੀਓ ਧਰਮੀਆਂ ਕਾ, ਪਾਪੀ ਕੋ ਦੰਡ ਦੀਓਏ। ਦਰਗਾਹ ਵਿੱਚ ਧਰਮੀਆਂ ਦਾ ਜੈਕਾਰ ਸਤਿਕਾਰ ਹੁੰਦਾ, ਤੇ ਦਰਗਾਹ ਦੇ ਵਿੱਚ ਪਾਪੀਆਂ ਨੂੰ ਬਹੁਤ ਸਜ਼ਾ ਮਿਲਦੀ ਹੈ। ਇੰਨੀ ਸਜ਼ਾ ਵੀ ਉਹਨਾਂ ਤੋਂ ਸਹਾਰ ਨਹੀਂ ਹੁੰਦੀ। ਇੱਥੇ ਹੁਣ ਸਮਝਾ ਹੀ ਰਹੇ ਆਪਾਂ, ਬਹੁਤ ਆਕੜਦੇ ਨੇ ਕਿਉਂ, ਇੰਨਾ ਹੰਕਾਰ ਸਾਰਿਆਂ 'ਚ ਭਰਿਆ ਪਿਆ। ਹਾਲਾਂਕਿ ਮਹਾਂਪੁਰਖਾਂ ਨੇ ਬਹੁਤ ਚੀਜ਼ਾਂ ਸਾਰੀਆਂ ਜਾਣਦੇ ਕਰਦੇ। ਇਹਨਾਂ ਗੱਲਾਂ ਦਾ ਮੈਨੂੰ ਆਪ ਪਤਾ ਕਿ ਉਹਨਾਂ ਦੇ ਉੱਤੇ ਕਿੰਨੀ ਕਿਰਪਾ ਸੀ, ਔਰ ਮਹਾਰਾਜ ਹਰ ਵਕਤ ਨਾਲ ਰਹਿੰਦੇ ਸੀ। ਹਰ ਚੀਜ਼ ਮੈਨੂੰ ਪਤਾ, ਪਰ ਫਿਰ ਵੀ ਮੈਂ ਹੈਰਾਨ ਹਾਂ ਦੇਖ ਕੇ ਕਿ ਦੁਨੀਆ ਕਿੰਨੀ ਨਿੰਦਾ ਕਰਦੀ ਹੈ, ਕਿੰਨਾ ਪੁੱਠਾ ਬੋਲਦੀ ਹੈ। ਕਿੰਨੀਆਂ ਗੱਲਾਂ ਜਿਹੜੀਆਂ ਸੱਚ ਨੇ ਉਹਨਾਂ ਨੂੰ ਦੁਨੀਆ ਝੂਠ ਹੀ ਮੰਨੀ ਜਾਂਦੀ ਹੈ। ਕਿੰਨੀਆਂ ਚੀਜ਼ਾਂ ਜਿਹੜੀਆਂ ਗੁਰਬਾਣੀ ਦੇ ਉੱਤੇ ਕਿੰਤੂ ਕਰਕੇ ਉਹਨਾਂ ਨੂੰ ਗਲਤ ਸਿੱਧ ਕਰੀ ਜਾਂਦੀ ਹੈ। ਜੇ ਫਿਰ ਆਪਾਂ ਬੋਲਦੇ ਹਾਂ, ਫਿਰ ਉਹ ਕਹਿੰਦੇ ਇਹ ਜ਼ਿਆਦਾ ਬੋਲਦਾ, ਫਿਰ ਆਪਾਂ ਚੁੱਪ ਕਰ ਜਾਂਦੇ ਹਾਂ, ਆਪਾਂ ਨਹੀਂ ਕਹਿੰਦੇ। ਆਪਣਾ ਇੱਕ ਵਾਰ ਫਰਜ਼ ਸੀ ਤੁਹਾਨੂੰ ਦੱਸਣ ਦਾ ਵੀ ਇਹ ਗੱਲ ਗਲਤ, ਆਹ ਬਾਣੀ ਬਿਲਕੁਲ ਸਹੀ ਹੈ, ਆਹ ਚੀਜ਼ ਸਹੀ ਹੈ। ਫਿਰ ਜੇ ਆਪਣੀ ਜਿੱਦ ਨਾਲ, ਕੋਈ ਆਪਣੇ ਹੰਕਾਰ ਨਾਲ, ਕੋਈ ਆਪਣੀ ਆਕੜ ਨਾਲ, ਕੋਈ ਆਪਣੀ ਵਿੱਦਿਆ ਦੇ ਮਾਣ ਨਾਲ ਕੋਈ ਨਹੀਂ ਗੱਲ ਮੰਨਦਾ, ਗੁਰਮੁਖਾਂ ਦਾ ਕੰਮ ਹੁੰਦਾ ਇੱਕ ਵਾਰ ਸਮਝਾਓ, 2 ਵਾਰ ਸਮਝਾਓ, 3 ਵਾਰ ਸਮਝਾਓ, ਬਸ ਫਿਰ ਚੁੱਪ ਕਰ ਜਾਓ, ਫਿਰ ਰੱਬ ਦੇ ਭਾਣੇ 'ਚ ਆ ਜਾਓ। ਬਹੁਤ ਗੱਲਾਂ ਐਸੀਆਂ ਜਿਹੜੀਆਂ ਗਲਤ ਕਰ ਰਹੇ ਨੇ ਬਹੁਤ ਜਾਣੇ, ਔਰ ਏਡੇ ਏਡੇ ਸਾਧੂ ਆਪਣੇ ਕੋਲ ਬੈਠੇ ਨੇ, ਸੰਤ ਮਹਾਤਮਾ, ਜਿਨ੍ਹਾਂ ਨੂੰ ਸਾਖਿਆਤ ਕੋਲ ਹੀ ਮਹਾਰਾਜ ਹਰ ਵਕਤ ਹਾਜ਼ਰ ਨੇ, ਕੋਈ ਵੀ ਚੀਜ਼ ਉਹ ਪੁੱਛ ਸਕਦੇ ਨੇ। ਪਰ ਉਹਨਾਂ ਸਾਰੀਆਂ ਗੱਲਾਂ ਨੂੰ ਸਾਰੇ ਲੋਕ ਹੀ ਗਲਤ ਕਹੀ ਜਾਂਦੇ ਨੇ, ਔਰ ਗਰੁੱਪ ਬਣਾ ਕੇ ਕਹਿੰਦੇ ਆਪਾਂ ਇਹਦੀ ਨਿੰਦਾ ਕਰੀਏ, ਆਹ ਬਾਣੀ ਆਪਾਂ ਪ੍ਰਚਾਰੀਏ, ਆਹ ਬਾਣੀ ਦਾ ਐਂ ਕਰੀਏ। ਕਰੀ ਜਾਓ ਬਈ, ਸਾਡਾ ਇਹ 'ਚ ਕੀ ਨੁਕਸਾਨ ਹੈ? ਸਾਡਾ ਤਾਂ ਕੋਈ ਨੁਕਸਾਨ ਨਹੀਂ। ਅਸੀਂ ਤਾਂ ਕਹਿੰਦੇ ਹਾਂ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਅਸੀਂ ਤਾਂ ਮਹਾਰਾਜ ਦੀ ਕਿਸੇ ਕਿਰਤ ਤੇ ਕਦੇ ਕਿੰਤੂ ਕਰਦੇ ਹੀ ਨਹੀਂ। ਕਿਉਂ? ਜਿਹਨੂੰ ਡੰਡੇ ਦਾ ਡਰ ਹੁੰਦਾ ਉਹ ਕਦੇ ਨਹੀਂ ਕਿੰਤੂ ਕਰਦਾ। ਹੈ ਸਾਰੀਆਂ ਸੱਚਾਈਆਂ ਹੀ ਆ, ਪਰ ਇਹ ਗੱਲ ਹੈ ਵੀ ਇੱਕ ਵਾਰ ਦੱਸ ਜ਼ਰੂਰ ਦੇਣਾ ਚਾਹੀਦਾ। ਕਿਸੇ ਵੀ ਚੀਜ਼ ਦੇ ਉੱਤੇ ਬਾਹਰ ਲਿਖਿਆ ਹੁੰਦਾ, ਔਰ ਜਿੰਨੀਆਂ ਵੀ ਚੀਜ਼ਾਂ ਦੁਨੀਆ ਅੰਦਰ ਨਸ਼ਿਆਂ ਵਾਲੀਆਂ, ਸ਼ਰਾਬ ਸਿਗਰਟਾਂ ਦੇ ਬਾਹਰਲੇ ਪਾਸੇ ਲਿਖੇ ਸਿਹਤ ਲਈ ਹਾਨੀਕਾਰਕ ਹੈ, ਉਹ ਕਹਿੰਦੇ ਅਸੀਂ ਕਿਉਂ ਲੁਕੋ ਕੇ ਰੱਖੀਏ ਗੱਲ। ਹਰੇਕ ਚੀਜ਼ ਦੇ ਬਾਹਰ ਅੱਜ ਕੱਲ੍ਹ ਲਿਖਿਆ ਜਾਂਦਾ ਵੀ ਇਹਦੇ 'ਚ ਇੰਨੀ ਜ਼ਹਿਰ ਹੈ, ਇੰਨੀ ਕਫੀਨ ਹੈ, ਇੰਨੀ ਅਲਕੋਹਲ ਹੈ। ਤੇ ਜੇ ਬੰਦਾ ਹੁਣ ਉਸ ਚੀਜ਼ ਦਾ ਨਾ ਧਿਆਨ ਕਰੇ ਤੇ ਫਿਰ ਉਹਨੇ ਮਰਨਾ ਹੀ ਆ। ਇਸ ਕਰਕੇ ਜਿਹੜੇ ਲੋਕ ਗਲਤੀਆਂ ਕਰਦੇ ਨੇ ਉਹਨਾਂ ਨੇ ਕਦੇ ਵੀ ਆ ਕੇ ਨਹੀਂ ਇਹ ਕਿਹਾ ਵੀ ਹਾਂ ਜੀ ਤੁਹਾਡੀ ਕੀ ਰਾਏ ਸਲਾਹ ਆ। ਉਹ ਕਹਿੰਦੇ ਇਹਨੂੰ ਕੀ ਪਤਾ, ਨਿਆਣਾ ਹੈਗਾ। ਉਹ ਆਪਣੇ ਆਪ ਨੂੰ ਉਮਰਾਂ ਕਰਕੇ ਵੱਡਾ ਮੰਨਦੇ ਨੇ।
वो अपने आप ਨੂੰ विद्या करके ਵੱਡਾ ਮੰਨਦੇ ਨੇ। पर ठीक आ, मैनू कहते चुप, मैं कहा जी सावधान, ठीक है 7 वचन आप चुप कर जाते हैं, आप बाणी के ही अर्थ करते हैं। पर यह गल का ख्याल कर लियो, जद भुगतनियां पैणगियां वो तुहानू ही भुगतनियां पैणियां सारिਆਂ ਨੂੰ, ਜਿਹੜੇ गलत बोलते बाणी बारे, ਜਿਹੜੇ गलत गल्लां करते हैं, ਜਿਹੜੇ मर्यादा ਨੂੰ ਕੱਟਦੇ ਨੇ। बहुत औखियाई होनी बात दे विच। इस करके साडा दसना एक बार फर्ज सी, बार बार तो मैं भी नहीं कहता, क्योंकि मैं भी अपना सिर क्यों खपावां इस पासे। इस करके सतगुरु कहते जयकार कियो धर्मिया का, पापी को दंड दियोए। पापियां नूं सजा मिलनी आ, जयकार धर्मिया दा ही होना अखीर जाके। जदों मर्जी देख लियो, सतगुरु सच्चे पातशाह कहने साध समूह प्रसन्न फिरै जग, 70 सभै अवलोक चपेंगे, मानवेंद्र गजिंदर नराधप जौनतर लोक को राज करेंगे। इस करके वो जिहड़े सारे ने सारियां दा ही बुरा हाल हो जाना। पर सतगुरु ने अपने प्यारिਆਂ ਦੀ रख लेनी है। फिर भी एक दिन बह के फिर विचार लियो, समझ कर लियो भी आप गलती तो नहीं कर रहे। इउं आपां सारे वीर भैण भरा इक्को ही आ, आपां कोई किसी नूं गलत मार्ग ते नहीं पाउंदे, गलत रस्ता नहीं कहंदे, सारियां दे भले दी गल करदे आ। ਜਾਂ एक होर कर लो, बह के इन्ना ज़्यादा अभ्यास करो कि तुहाडे अंदर प्रकाश हो जे, तो प्रकाश होने नाल बिरती खुल जे, दिव्य दृष्टि खुल जे, रब तुहानूं दर्शन देवे, 10वें पातशाह आप सामने खड़ के सारा कुछ दस देण, फिर भावें तुसीं यकीन कर लो इन्हां गल्लां दे उत्ते। इस करके सतगुरु महाराज किरपा करन, सारिआं नूं समत बख्शिश करन, धर्मियां दा जयकार होवे ते पापियां नूं रब समत बख्शे, गलत पासियों लगन तो महाराज किरपा करे, पंथ दी चढ़दी कला होवे। वाहेगुरु वाहेगुरु वाहे